ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰਮੁਖ ਸੱਚਾ ਖੇਲ, ਗੁਰ ਉਪਦੇਸਿਆ। ਸਾਧ ਸੰਗਤ ਦਾ ਮੇਲ, ਸ਼ਬਦ ਅਵੇਸਿਆ। ਫੁੱਲੀ ਤਿਲੀ ਫੁਲੇਲ, ਸੰਗ ਸਲੇਸਿਆ। ਗੁਰ ਸਿੱਖ ਨਕ ਨਕੇਲ, ਮਿਟੇ ਅੰਦੇਸਿਆ। ਨਾਵਣ ਅੰਮ੍ਰਿਤ ਵੇਲ, ਵਸਣ ਸੁਦੇਸਿਆ। ਗੁਰ ਜਪ ਹਿਰਦੇ ਸੁਹੇਲ, ਗੁਰ ਪਰਵੇਸਿਆ। ਪਾਉ ਭਗਤ ਭਉ ਭੇਲ, ਸਾਧ ਸਰੇਸਿਆ। ਨਿਤ ਨਿਤ ਨਵਲ ਨਵੇਲ, ਗੁਰਮੁਖ ਭੇਸਿਆ। ਖੈਰ ਦਲਾਲ ਦਲੇਲ, ਸੇਵ ਸਹੇਸਿਆ। ਖੈਰ ਦਲਾਲ ਦਲੇਲ, ਸੇਵ ਸਹੇਸਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। ਤੀਸਰੀ ਵਾਰ ਦੀ 9ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਇਸ ਵਾਰ ਦੇ ਅੰਦਰ ਗੁਰਮੁਖਾਂ ਦੇ ਕਰਮ, ਉਹਨਾਂ ਦੇ ਲੱਛਣ ਕੀ ਹੁੰਦੇ ਹੈ, ਇਸ ਪੌੜੀ ਦੇ ਅੰਦਰ ਵਰਣਨ ਕਰ ਰਹੇ ਹਨ। ਪਿਆਰ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ। ਗੁਰਮੁਖ ਸੱਚਾ ਖੇਲ, ਗੁਰ ਉਪਦੇਸਿਆ। ਜਿਹੜੇ ਗੁਰਮੁਖ ਹਨ, ਜਿਨ੍ਹਾਂ ਨੂੰ ਗੁਰੂ ਨੇ ਉਪਦੇਸ਼ ਦਿੱਤਾ ਹੈ ਜਾਂ ਜਿਨ੍ਹਾਂ ਨੂੰ ਗੁਰੂ ਦਾ ਉਪਦੇਸ਼ ਪ੍ਰਾਪਤ ਹੋਇਆ ਹੈ, ਉਹਨਾਂ ਦਾ ਸੱਚਾ ਖੇਲ ਇਹ ਹੈ। ਸੱਚਾ ਖੇਲ, ਸੱਚੀ ਖੇਡ ਉਹਨਾਂ ਦੀ ਕਿਹੜੀ ਹੈ? ਸਾਧ ਸੰਗਤ ਦਾ ਮੇਲ, ਸ਼ਬਦ ਅਵੇਸਿਆ। ਉਹ ਗੁਰਮੁਖ ਪਿਆਰੇ ਸਾਧ ਸੰਗਤ ਦਾ ਮੇਲ ਸਦਾ ਹੀ ਰੱਖਦੇ ਹੈ। ਭਾਵ ਸਾਧ ਸੰਗਤ ਦੇ ਵਿੱਚ ਸਦਾ ਹੀ ਮਿਲੇ ਰਹਿੰਦੇ ਹੈ। ਸ਼ਬਦ ਅਵੇਸਿਆ, ਅਤੇ ਉਹਨਾਂ ਦੀ ਸੁਰਤ ਸਦਾ ਹੀ ਗੁਰੂ ਦੇ ਸ਼ਬਦ ਦੇ ਵਿੱਚ ਟਿਕੀ ਰਹਿੰਦੀ ਹੈ। ਅਵੇਸਿਆ ਦਾ ਅਰਥ ਪ੍ਰਵੇਸ਼ ਕਰਨਾ। ਉਹਨਾਂ ਦੀ ਸੁਰਤ ਜਿਹੜੀ ਹੈ ਉਹ ਸ਼ਬਦ ਵਿੱਚ ਟਿਕੀ ਰਹਿੰਦੀ ਹੈ। ਅਥਵਾ ਅਵੇਸਿਆ ਦਾ ਅਰਥ ਘਰ ਟਿਕਾਣਾ ਵੀ ਕੀਤਾ ਜਾਂਦਾ ਹੈ। ਗੁਰਮੁਖ
ਸ਼ਬਦ ਦੇ ਵਿੱਚ ਜੁੜੇ ਰਹਿੰਦੇ ਹੈ, ਸ਼ਬਦ ਦੇ ਵਿੱਚ ਟਿਕੇ ਰਹਿੰਦੇ ਹੈ। ਇਹੋ ਜਿਹੀ ਖੇਡ ਹੈ ਗੁਰਮੁਖਾਂ ਦੀ। ਫੁੱਲੀ ਤਿਲੀ ਫੁਲੇਲ ਸੰਗ ਸਲੇਸਿਆ। ਜਿਵੇਂ ਤਿਲਾਂ ਦੀ ਕਹਾਣੀ ਜਦੋਂ ਬਣਾਉਂਦੇ ਹੈ ਤਾਂ ਉਹਦੇ ਵਿੱਚ ਜੇ ਖੁਸ਼ਬੂਦਾਰ ਤੇਲ ਲੈਣਾ ਹੁੰਦਾ ਸੀ, ਉਹਦੇ ਵਿੱਚ ਜਿਹੋ ਜਿਹੀ ਖੁਸ਼ਬੂ ਪ੍ਰਾਪਤ ਕਰਨੀ ਉਹੋ ਜਿਹੇ ਫੁੱਲ ਪਾ ਦਿੰਦੇ ਸਨ ਕਹਾਣੀ ਦੇ ਵਿੱਚ। ਅਤੇ ਜਦੋਂ ਉਹ ਤੇਲ ਨਿਕਲਦਾ ਸੀ ਨਾ, ਉਹ ਫੁਲੇਲ ਬਣ ਜਾਂਦਾ ਸੀ। ਉਹ ਤੇਲ ਖੁਸ਼ਬੂਦਾਰ ਹੁੰਦਾ ਸੀ, ਬਹੁਤ ਸੋਹਣੀ ਉਹਦੇ ਵਿੱਚੋਂ ਮਹਿਕ ਆਉਂਦੀ ਹੁੰਦੀ ਸੀ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਨੇ, ਫੁੱਲੀ ਤਿਲੀ ਫੁਲੇਲ ਸੰਗ ਸਲੇਸਿਆ। ਗੁਰੂ ਦੀ ਸੰਗਤ ਵਿੱਚ ਮਿਲੇ ਹੋਏ ਜਿਹੜੇ ਗੁਰਮੁਖ ਪਿਆਰੇ ਨੇ, ਉਹ ਇਸ ਤਰ੍ਹਾਂ ਦੇ ਹਨ ਜਿਵੇਂ ਤਿਲਾਂ ਦੀ ਕਹਾਣੀ ਦੇ ਵਿੱਚ ਫੁੱਲ ਮਿਲਾ ਕੇ ਜਦੋਂ ਉਹਨਾਂ ਦਾ ਤੇਲ ਕੱਢਿਆ ਜਾਂਦਾ, ਉਹ ਤੇਲ ਮਹਿਕਦਾਇਕ ਹੁੰਦਾ ਹੈ। ਇਸੇ ਤਰ੍ਹਾਂ ਗੁਰਮੁਖ ਪਿਆਰੇ ਗੁਰੂ ਦੀ ਸੰਗਤ ਕਰਦਿਆਂ, ਸਾਧ ਸੰਗਤ ਕਰਦਿਆਂ, ਉਹ ਭਗਤੀ ਦੀ ਸੁਗੰਧੀ ਵਾਲੇ ਬਣ ਜਾਂਦੇ ਹੈ। ਸਦਾ ਹੀ ਉਹਨਾਂ ਦੇ ਕੋਲੋਂ ਭਗਤੀ ਦੀ ਸੁਗੰਧੀ ਆਉਂਦੀ ਹੈ। ਕੋਲ ਬੈਠੋਗੇ ਉਹ ਪਰਮਾਤਮਾ ਦੀਆਂ ਵਡਿਆਈਆਂ, ਨਾਮ ਦੀ ਗੱਲ, ਭਗਤੀ ਦੀ ਗੱਲ ਕਰਦੇ ਹੈ। ਸੋ ਸਦਾ ਉਹਨਾਂ ਦੇ ਵਿੱਚੋਂ ਭਗਤੀ ਦੀ ਖੁਸ਼ਬੂ ਆਉਂਦੀ ਹੈ। ਐਸੇ ਉਹ ਫੁਲੇਲ ਹਨ। ਗੁਰਸਿੱਖ ਨਕ ਨਕੇਲ ਮਿਟੇ ਅੰਦੇਸਿਆ। ਗੁਰੂ ਦੇ ਸਿੱਖ ਦੇ ਨੱਕ ਦੇ ਵਿੱਚ ਨਕੇਲ ਹੈ, ਗੁਰੂ ਦੇ ਹੁਕਮ ਦੀ, ਗੁਰੂ ਆਗਿਆ ਦੀ। ਨੱਕ ਕੀ ਹੈ? ਹਿਰਦਾ। ਨਕੇਲ ਕੀ ਹੈ? ਗੁਰੂ ਦਾ ਹੁਕਮ। ਭਾਵ ਇਹ ਹੈ ਜਿਵੇਂ ਨੱਕ ਵਿੱਚ ਨਕੇਲ ਪਾਈ ਹੋਵੇ ਅਤੇ ਜਿਹਨੇ ਉਹ ਨਕੇਲ ਫੜੀ ਹੋਈ ਹੋਵੇ, ਜਿੱਧਰ ਨੂੰ ਖਿੱਚਦਾ ਹੈ ਉਹ ਉੱਧਰ ਨੂੰ ਤੁਰਿਆ ਜਾਂਦਾ ਹੈ। ਗੁਰੂ ਕੇ ਸਿੱਖ ਸਦਾ ਗੁਰੂ ਦੇ ਹੁਕਮ ਦੇ ਵਿੱਚ ਰਹਿੰਦੇ ਹੈ। ਗੁਰੂ ਹੁਕਮ ਤੋਂ ਕਦੇ ਬਾਹਰੇ ਨਹੀਂ ਜਾਂਦੇ। ਗੁਰਸਿੱਖਾਂ ਦੇ ਨੱਕ ਵਿੱਚ ਗੁਰੂ ਦੇ ਹੁਕਮ ਦੀ ਨਕੇਲ ਹੈ। ਮਿਟੇ ਅੰਦੇਸਿਆ। ਗੁਰਸਿੱਖਾਂ ਦੇ ਅੰਦਰੋਂ ਸਾਰੇ ਅੰਦੇਸਿਆ, ਭਰਮ ਮਿਟ ਗਏ ਨੇ। ਅੰਦੇਸੇ ਸੰਸੇ ਮੁੱਕ ਗਏ ਨੇ। ਅੰਦੇਸੇ ਦਾ ਅਰਥ ਚਿੰਤਾ, ਫਿਕਰ, ਡਰ, ਇਹ ਸਾਰੇ ਹੀ ਦੂਰ ਹੋ ਗਏ ਨੇ। ਅੰਦੇਸੇ ਮੁੱਕ ਗਏ। ਹੁਕਮ ਤੋਂ ਬਾਹਰ ਨਹੀਂ ਕਦੇ ਜਾਂਦੇ। ਅਤੇ ਜਿਹੜਾ ਗੁਰੂ ਦਾ ਹੁਕਮ ਮੰਨਦਾ ਹੈ, ਸਤਿਗੁਰੂ ਦੀ ਪ੍ਰਸੰਨਤਾ ਉਹਦੇ 'ਤੇ ਬਹੁਤ ਹੁੰਦੀ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜਿਹੜਾ ਗੁਰੂ ਦੇ ਹੁਕਮ ਵਿੱਚ ਰਹਿੰਦਾ ਹੈ, ਮਹਾਰਾਜ ਕਹਿੰਦੇ ਉਹ ਗੁਰੂ ਦਾ ਭਰਾ ਹੈ, ਰਿਸ਼ਤੇਦਾਰ ਹੈ, ਮਿੱਤਰ ਹੈ। ਅਤੇ ਜਿਹੜਾ ਆਪਣੀ ਮਨਮਰਜ਼ੀ ਕਰਦਾ, ਉਹ ਗੁਰੂ ਤੋਂ ਵਿਛੜ ਕੇ ਲੋਕ ਪਰਲੋਕ ਦੇ ਵਿੱਚ ਚੋਟਾਂ ਖਾਂਦਾ ਹੈ। ਸੋ ਗੁਰੂ ਦੇ ਸਿੱਖ, ਉਹਨਾਂ ਦੇ ਨੱਕ ਵਿੱਚ ਨਕੇਲ ਹੈ। ਸਾਰੇ ਸੰਸੇ ਭਰਮ ਉਹਨਾਂ ਦੇ ਮਿਟ ਗਏ ਹੈ। ਨਾਵਣ ਅੰਮ੍ਰਿਤ ਵੇਲ ਵਸਣ ਸੁਦੇਸਿਆ। ਗੁਰਮੁਖ ਜਿਹੜੇ ਹਨ, ਉਹ ਅੰਮ੍ਰਿਤ ਵੇਲੇ ਨਹਾਉਂਦੇ, ਇਸ਼ਨਾਨ ਕਰਦੇ ਹੈ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਵਸਣ ਸੁਦੇਸਿਆ, ਸੋਹਣੇ ਸ੍ਰੇਸ਼ਟ ਦੇਸ਼ ਦੇ ਵਿੱਚ, ਆਪਣੇ ਦੇਸ਼ ਵਿੱਚ ਵਸਦੇ ਹੈ। ਸੋਹਣਾ ਦੇਸ਼ ਕਿਹੜਾ ਹੈ? ਸਾਧ ਸੰਗਤ। ਇਸ ਦੇਸ਼ ਵਿੱਚ ਵਸਦੇ ਨੇ, ਇਹਦੇ ਵਾਸੀ ਹੁੰਦੇ ਨੇ। ਅਸੀਂ ਮਹਾਰਾਜ ਦੀ ਜਦ ਬਾਣੀ ਪੜ੍ਹਦੇ ਹਾਂ, ਸਤਿਗੁਰੂ ਦਾ ਬਚਨ ਆਉਂਦਾ ਹੈ, ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਹੈ ਮੇਰੇ ਮਾਲਕ, ਮਾਇਆ ਦੇ ਪਤੀ ਪਰਮੇਸ਼ਰ ਜੀ, ਅਸੀਂ ਇਹੋ ਜਿਹੇ ਹਾਂ ਅਤੇ ਤੂੰ ਇਹੋ ਜਿਹਾ ਹੈ। ਅਸੀਂ ਕਿਹੋ ਜਿਹੇ ਹਾਂ? ਹਮ ਪਾਪੀ। ਅਸੀਂ ਪਾਪ ਕਰਮ ਕਰਨ ਵਾਲੇ ਪਾਪੀ ਲੋਕ ਹਾਂ। ਤੁਮ ਪਾਪ ਖੰਡਨ, ਤੁਸੀਂ ਪਾਪਾਂ ਨੂੰ ਨਾਸ਼ ਕਰ ਦੇਣ ਵਾਲੇ ਹੋ।
ਨੀਕੋ ਠਾਕੁਰ ਦੇਸਾ। ਤੁਹਾਡਾ ਸਤ ਸੰਗਤ ਰੂਪੀ ਦੇਸ਼ ਬਹੁਤ ਸੋਹਣਾ ਹੈ। ਕਿਰਪਾ ਕਰੋ ਮੈਨੂੰ ਇਸ ਦੇਸ਼ ਦਾ ਵਸਨੀਕ ਬਣਾ ਲਵੋ, ਭਾਵ ਮੈਂ ਸਦਾ ਹੀ ਆਪ ਜੀ ਦੀ ਸੰਗਤ ਕਰਦਾ ਰਹਾਂ। ਗੁਰਮੁਖ ਕੀ ਕਰਦੇ ਨੇ? ਨਹਾਵਣ ਅੰਮ੍ਰਿਤ ਵੇਲ, ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹੈ। ਵੇਲਾ, ਵੇਲਾ ਦਾ ਅਰਥ ਸਮਾਂ ਹੁੰਦਾ। ਰਾਤ ਦਾ ਇਹ ਜਿਹੜਾ ਚੌਥਾ ਪਹਿਰ ਹੈ ਨਾ, ਇਸ ਸਮੇਂ ਦੇ ਨਾਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਸ਼ਬਦ ਲਾਇਆ ਹੈ। ਇਸ ਸਮੇਂ ਨੂੰ ਅੰਮ੍ਰਿਤ ਵੇਲਾ ਕਹਿੰਦੇ ਹੈ। ਹਿੰਦੁਸਤਾਨ ਦੀ ਸੰਸਕ੍ਰਿਤ ਦੇ ਵਿੱਚ ਇਹਨੂੰ ਬ੍ਰਹਮ ਮਹੂਰਤ ਵੀ ਕਿਹਾ ਗਿਆ ਹੈ। ਕੁਦਰਤ ਵੀ ਟਿਕੀ ਹੋਈ ਹੁੰਦੀ ਹੈ, ਬਾਹਰ ਦਾ ਮੌਸਮ ਵੀ ਬੜਾ ਸ਼ਾਂਤ ਹੁੰਦਾ ਹੈ। ਅੰਮ੍ਰਿਤ ਵੇਲੇ ਮਨੁੱਖ ਦਾ ਮਨ ਵੀ ਟਿਕਿਆ ਹੋਇਆ ਹੁੰਦਾ ਹੈ। ਜਦੋਂ ਇਸ ਸਮੇਂ ਬੈਠਦਾ ਹੈ, ਸਤ ਸੰਗਤ ਕਰਦਾ ਹੈ, ਨਾਮ ਜਪਦਾ ਹੈ, ਤਾਂ ਬਹੁਤ ਜ਼ਿਆਦਾ ਟਿਕਾਓ ਆਉਂਦਾ ਹੈ। ਮਹਾਰਾਜ ਨੇ ਰਹਿਮਤ ਕੀਤੀ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਪਰਮਾਤਮਾ ਖੁਸ਼ ਕਿਵੇਂ ਹੋਵੇ, ਕਿਹੜੀ ਭੇਟਾ ਉਹਦੇ ਅੱਗੇ ਰੱਖੀਏ ਵੀ ਉਹ ਪ੍ਰਸੰਨ ਹੋ ਜਾਵੇ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਸੱਚਾ ਨਾਮ ਜਪ, ਉਹਦੀਆਂ ਵਡਿਆਈਆਂ ਦੀ ਵਿਚਾਰ ਕਰ, ਅਤੇ ਫਿਰ ਪਰਮਾਤਮਾ ਦੇ ਦਰ ਤੋਂ ਬਖਸ਼ਿਸ਼ ਦਾ ਕੱਪੜਾ ਤੈਨੂੰ ਪ੍ਰਾਪਤ ਹੋਵੇਗਾ, ਉਹਦੀ ਖੁਸ਼ੀ ਮਿਲੇਗੀ। ਗੁਰਮੁਖ ਅੰਮ੍ਰਿਤ ਵੇਲੇ ਨਹਾਉਂਦੇ ਹੈ, ਇਸ਼ਨਾਨ ਕਰਦੇ ਹੈ। ਵਸਣ ਸੁਦੇਸਿਆ, ਇਸ਼ਨਾਨ ਕਰਕੇ ਫਿਰ ਸਾਧ ਸੰਗਤ ਗੁਰੂ ਦੀ ਸੰਗਤ ਵਿੱਚ ਵਸਦੇ ਹੈ। ਅਥਵਾ ਜੋ ਉਹ ਆਪਣੇ ਅੰਤਰ ਆਤਮੇ ਟਿਕਦੇ ਹੈ ਨਾ, ਇਹ ਸੁਦੇਸਿਆ ਆਪਣਾ ਦੇਸ਼, ਭਾਵ ਅੰਤਰਮੁਖੀ ਬਿਰਤੀ ਕਰਕੇ ਪਰਮਾਤਮਾ ਦਾ ਨਾਮ ਜਪਦੇ ਹੈ, ਆਪਣੇ ਮਨ ਨੂੰ ਭਟਕਣ ਤੋਂ ਰੋਕ ਲੈਂਦੇ ਹੈ। ਸੋ ਇਸ ਤਰ੍ਹਾਂ ਆਪਣੇ ਦੇਸ਼ ਦੇ ਉਹ ਵਾਸੀ ਬਣਦੇ ਹੈ। ਗੁਰ ਜਪ ਹਿਰਦੇ ਸੁਹੇਲ, ਗੁਰ ਪਰਵੇਸਿਆ। ਗੁਰੂ ਦੇ ਜਪ ਦਾ ਜਾਪ ਹਿਰਦੇ ਵਿੱਚ ਜਪ ਕੇ ਸੁਹੇਲ, ਸਦਾ ਸੁਖੀ ਰਹਿੰਦੇ ਹੈ। ਗੁਰ ਪਰਵੇਸਿਆ, ਅਤੇ ਗੁਰੂ ਦੇ ਵਿੱਚ ਪ੍ਰਵੇਸ਼ ਕਰ ਜਾਂਦੇ, ਭਾਵ ਗੁਰੂ ਦੇ ਵਿੱਚ ਅਭੇਦ ਹੋ ਜਾਂਦੇ ਹੈ। ਗੁਰ ਜਪ ਹਿਰਦੇ ਸੁਹੇਲ, ਗੁਰੂ ਦੀ ਬਾਣੀ ਦਾ ਜਪ ਕਰਦੇ ਹੈ। ਅਥਵਾ ਗੁਰਮੁਖ ਪਿਆਰੇ ਜਪਜੀ ਸਾਹਿਬ ਦਾ ਪਾਠ ਕਰਦੇ ਹੈ, ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਹਿਰਦੇ ਵਿੱਚ ਪ੍ਰਵੇਸ਼ ਕਰਦੇ ਆ, ਗੁਰੂ ਹਿਰਦੇ ਵਿੱਚ ਟਿਕ ਜਾਂਦਾ ਹੈ। ਐਸੀਆਂ ਬਖਸ਼ਿਸ਼ਾਂ ਉਹਨਾਂ ਗੁਰਮੁਖਾਂ 'ਤੇ ਹੁੰਦੀਆਂ ਨੇ। ਸੋ ਗੁਰਮੁਖ ਬਾਣੀ ਦਾ ਜਾਪ ਕਰਦੇ ਹੈ, ਹਿਰਦੇ ਵਿੱਚ ਸੁਖੀ ਰਹਿੰਦੇ ਹੈ। ਗੁਰ ਪ੍ਰਵੇਸ਼ਿਆ, ਅਤੇ ਗੁਰੂ ਉਹਨਾਂ ਦੇ ਹਿਰਦੇ ਵਿੱਚ ਪ੍ਰਵੇਸ਼ ਕਰ ਜਾਂਦਾ, ਅਥਵਾ ਉਹ ਗੁਰੂ ਦੇ ਵਿੱਚ ਅਭੇਦ ਹੋ ਜਾਂਦੇ ਹੈ। ਭਾਉ ਭਗਤ ਭਉ ਭੇਲ, ਸਾਧ ਸਰੇਸਿਆ। ਭਾਉ, ਭਾਉ ਦਾ ਅਰਥ ਹੁੰਦਾ ਪ੍ਰੇਮ, ਭਗਤੀ ਅਤੇ ਭਉ ਡਰ। ਡਰ ਸੰਸਾਰ ਦੇ ਲੋਕਾਂ ਦਾ ਨਹੀਂ, ਨਾ ਮੌਤ ਦਾ ਡਰ ਹੈ। ਡਰ ਕਾਹਦਾ ਹੈ? ਪਰਮਾਤਮਾ ਦਾ। ਉਹਦੇ ਤੋਂ ਡਰਦੇ ਹੈ, ਮਾਲਕ ਦੇ ਭੈ ਵਿੱਚ ਰਹਿੰਦੇ ਹੈ, ਮੈਂ ਉਹਦੀ ਰਜਾ ਤੋਂ ਉਲਟ ਨਾ ਜਾਵਾਂ। ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਕਿਹਾ ਹੈ। ਨਿਰਮਲ ਭਉ ਦੇ ਵਿੱਚ ਵਿਚਰਦੇ ਹੈ। ਭਾਉ ਭਗਤ ਭਉ ਭੇਲ, ਸਾਧ ਸਰੇਸਿਆ। ਪ੍ਰੇਮ, ਭਗਤੀ ਅਤੇ ਭੈ ਦੇ ਨਾਲ ਭੇਲ ਦਾ ਅਰਥ ਮਿਲੇ ਰਹਿੰਦੇ ਨੇ। ਭੇਲ ਦਾ ਅਰਥ ਹੁੰਦਾ ਮਿਲਿਆ ਹੋਇਆ। ਪ੍ਰੇਮਾ ਭਗਤੀ ਅਤੇ ਪਰਮਾਤਮਾ ਦਾ ਡਰ ਉਹਨਾਂ ਦੇ ਹਿਰਦੇ ਦੇ ਵਿੱਚ ਮਿਲਿਆ ਹੋਇਆ ਹੈ। ਸਾਧ ਸਰੇਸਿਆ, ਜਿਸ ਕਰਕੇ ਸਰੇਸਿਆ ਉਹ ਸ੍ਰੇਸ਼ਟ ਸਾਧੂ ਹਨ। ਗੁਰਮੁਖ ਪਿਆਰੇ ਸ੍ਰੇਸ਼ਟ ਸਾਧੂ ਹਨ, ਅਥਵਾ ਉਹ ਸਹਿਤ ਨਾਮ ਰਸ ਦੇ ਹਨ। ਐਸੇ ਸਾਧੂ ਸਤਪੁਰਸ਼ ਹਨ ਗੁਰਮੁਖ ਪਿਆਰੇ। ਪ੍ਰੇਮ ਵੀ ਹੈ, ਭਗਤੀ ਵੀ ਹੈ, ਅਤੇ ਪਰਮਾਤਮਾ ਦਾ ਭੈ ਡਰ ਵੀ ਉਹਨਾਂ ਦੇ ਅੰਦਰ ਮੌਜੂਦ ਹੈ।
ਨਿਤ ਨਿਤ ਨਵਲ ਨਵੇਲ ਗੁਰਮੁਖ ਭੇਸਿਆ। ਨਿਤ ਨਿਤ ਨਵਲ ਨਵੇਲ, ਨਿਤ ਹੀ ਨਿਤ, ਦਿਨ ਬਾ ਦਿਨ ਨਵੇਂ ਤੋਂ ਨਵਾਂ ਉਹਨਾਂ ਗੁਰਮੁਖਾਂ ਦਾ ਭੇਸਿਆ ਦਾ ਅਰਥ ਭੇਸ ਹੈ। ਨਿਤ ਨਵਾਂ ਰੰਗ ਪਰਮਾਤਮਾ ਦਾ ਪ੍ਰੇਮ ਦਾ ਰੰਗ ਉਹਨਾਂ ਨੂੰ ਚੜ੍ਹਦਾ ਹੈ। ਐਸਾ ਪ੍ਰੇਮ ਦਾ ਰੰਗ ਜਿਹੜਾ ਕਦੇ ਪੁਰਾਣਾ ਹੁੰਦਾ ਹੀ ਨਹੀਂ, ਸਦਾ ਹੀ ਉਹ ਪਰਮਾਤਮਾ ਦੇ ਨਾਮ ਰਸ ਦੇ ਵਿੱਚ ਲੀਨ ਰਹਿੰਦੇ ਹੈ। ਨਿਤ ਨਿਤ ਨਵਲ ਨਵੇਲ ਗੁਰਮੁਖ ਭੇਸਿਆ, ਉਹਨਾਂ ਗੁਰਮੁਖਾਂ ਦਾ ਐਸਾ ਭੇਸ ਹੈ, ਨਿਤ ਨਵੇਂ ਤੋਂ ਨਵਾਂ ਸਦਾ ਹੀ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਉਹ ਰਹਿੰਦੇ ਹੈ। ਖੈਰ ਦਲਾਲ ਦਲੇਲ ਸੇਵ ਸਹੇਸਿਆ। ਖੈਰ ਭਿਖਿਆ, ਭਿਖਿਆ ਕਿਹੜੀ? ਨਾਮ ਦੀ ਭਿਖਿਆ। ਦਲਾਲ ਦਲੇਲ, ਦਲੇਲ ਕਹਿੰਦੇ ਨੇ ਦਲੇਰ ਬਹਾਦਰ ਨੂੰ, ਸੂਰਮੇ ਨੂੰ। ਜਿਹੜੇ ਗੁਰਮੁਖ ਪਿਆਰੇ ਹਨ ਉਹ ਖੈਰ ਹੈ ਨਾ ਜਿਹੜੀ ਨਾਮ ਦੀ ਭਿਖਿਆ, ਇਹਦਾ ਸੌਦਾ ਕਰਾਉਣ ਵਾਲੇ ਚੰਗੇ ਦਲਾਲ ਹਨ। ਜਿਵੇਂ ਆਪਾਂ ਕੁਝ ਖਰੀਦਦੇ ਹਾਂ ਨਾ, ਕਈ ਵਾਰ ਤੁਸੀਂ ਮੱਝਾਂ ਗਾਵਾਂ ਲੈਣ ਜਾਓ ਜਾਂ ਕੋਈ ਹੋਰ ਗੱਡੀ ਲੈਣ ਜਾਓ, ਵਿੱਚ ਦਲਾਲ ਹੁੰਦੇ ਹੈ, ਉਹ ਸੌਦਾ ਕਰਾਉਂਦੇ ਹੈ। ਚੰਗੇ ਦਲਾਲ ਜਿਹੜੇ ਹੈ ਨਾ ਸੌਦਾ ਨੇਪਰੇ ਚਾੜ੍ਹ ਦਿੰਦੇ ਹੈ। ਜਿਹੜਾ ਬੰਦਾ ਕੋਈ ਗੱਡੀ ਲੈਣ ਵਾਲਾ ਉਹਨੂੰ ਗੱਡੀ ਦਵਾ ਦਿੰਦੇ ਹੈ। ਗੁਰਮੁਖ ਪਿਆਰੇ ਐਸੇ ਦਲੇਰ ਦਲਾਲ ਹਨ, ਜਗਿਆਸੂਆਂ ਨੂੰ ਨਾਮ ਦਾ ਸੌਦਾ ਕਰਾ ਦਿੰਦੇ ਹੈ। ਗੁਰਮੁਖ ਜਿਹੜੇ ਹੈ ਨਾ ਉਹ ਅਨੇਕਾਂ ਨੂੰ ਗੁਰੂ ਚਰਨਾਂ ਦੇ ਵਿੱਚ ਲੈ ਕੇ ਆਉਂਦੇ ਹੈ। ਅਤੇ ਜਦੋਂ ਸਤਿਗੁਰੂ ਦੀ ਚਰਨ ਸ਼ਰਨ ਦੇ ਵਿੱਚ ਉਹ ਜਗਿਆਸੂ ਆ ਜਾਂਦੇ ਹੈ, ਫਿਰ ਗੁਰੂ ਤੋਂ ਸ਼ਬਦ ਸੁਣਦੇ ਹੈ, ਉਹਨਾਂ ਦੀ ਝੋਲੀ ਵਿੱਚ ਨਾਮ ਦੀ ਦਾਤ ਪੈ ਜਾਂਦੀ ਹੈ। ਉਹ ਬਹਾਦਰ ਦਲਾਲ ਹਨ। ਐਸੇ ਦਲਾਲ ਨਾਮ ਦਾ ਸੌਦਾ ਨੇਪਰੇ ਚਾੜ੍ਹ ਦਿੰਦੇ ਹੈ, ਝੋਲੀ ਵਿੱਚ ਪਵਾ ਦਿੰਦੇ ਹੈ। ਸੇਵ ਸਹੇਸਿਆ, ਸੇਵ ਉਹ ਪੂਜਨੀਕ ਹਨ, ਸਹੇਸਿਆ ਵਾਹਿਗੁਰੂ ਪਰਮਾਤਮਾ ਦੇ ਨਾਲ ਸਦਾ ਹੀ ਮਿਲੇ ਹੋਏ ਨੇ। ਤਾਂ ਗੁਰਮੁਖ ਪਿਆਰੇ ਦਲਾਲੀ ਵੀ ਕਰਦੇ ਹੈ, ਪਰ ਕਿਹੜੀ? ਨਾਮ ਦੇ ਸੌਦੇ ਦਾ ਵਣਜ ਕਰਵਾਉਣ ਵਾਸਤੇ ਇਹ ਵਪਾਰ ਕਰਵਾਉਂਦੇ ਹੈ। ਬਾਹਰ ਦੀ ਧਨ ਦੌਲਤ ਉਹਨਾਂ ਨੂੰ ਮੋਹ ਨਹੀਂ ਸਕਦੀ। ਉਹ ਚਾਹੁੰਦੇ ਹੈ ਮਨ ਵਿੱਚ ਵੀ ਜਿਹੜੇ ਵਿਛੜੇ ਹੋਏ ਨੇ ਗੁਰੂ ਚਰਨਾਂ ਤੋਂ, ਗੁਰੂ ਚਰਨਾਂ ਨਾਲ ਜੁੜ ਜਾਣ। ਨਾਮ ਦੀ ਦਾਤ ਇਹਨਾਂ ਦੀ ਝੋਲੀ ਵਿੱਚ ਵੀ ਪੈ ਜਾਏ, ਇਹਨਾਂ ਦਾ ਜੀਵਨ ਵੀ ਸਫਲ ਹੋ ਜਾਏ। ਫਿਰ ਉਹ ਐਸੀ ਦਲਾਲੀ ਕਰਦੇ ਹੈ, ਬਹਾਦਰ ਦਲਾਲ ਹਨ, ਝੋਲੀ ਵਿੱਚ ਨਾਮ ਦੀ ਭਿਖਿਆ ਪਵਾ ਦਿੰਦੇ ਹੈ। ਇਹੋ ਜਿਹੇ ਗੁਰਮੁਖ ਪਿਆਰੇ ਹਨ ਜਿਹੜੇ ਵਾਹਿਗੁਰੂ ਪਰਮਾਤਮਾ ਨਾਲ ਸਦਾ ਹੀ ਮਿਲੇ ਰਹਿੰਦੇ ਹੈ। ਹੁਣ ਅਗਲੀ 10ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਗੁਰਮੂਰਤ ਗੁਰ ਸ਼ਬਦ ਦੀ ਗੱਲ ਕਰਦੇ ਹੈ। ਗੁਰਮੂਰਤ ਕਰ ਧਿਆਨ ਸਦਾ ਹਜੂਰ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਗੁਰਮੁਖੋ ਗੁਰਸਿੱਖੋ, ਗੁਰਮੂਰਤ ਦਾ ਧਿਆਨ ਕਰੋ, ਸਦਾ ਹਜੂਰ ਹੈ। ਗੁਰੂ ਸਦਾ ਹੀ ਹਾਜ਼ਰ ਹਜੂਰ ਹੈ, ਭਾਵ ਸਦਾ ਪ੍ਰਤੱਖ ਹੈ, ਸਾਹਮਣੇ ਹੈ, ਗੁਰੂ ਨੇੜੇ ਹੈ, ਕਿਤੇ ਦੂਰ ਨਹੀਂ ਗਿਆ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਗੁਰੂ ਤਾਂ ਅਬਿਨਾਸ਼ੀ ਪੁਰਖ ਪਰਮਾਤਮਾ ਦਾ ਸਵਰੂਪ ਹੈ, ਪਰਮੇਸ਼ਰ ਰੂਪ ਹੋ ਕੇ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਗੁਰਮੂਰਤ ਕਰ ਧਿਆਨ, ਗੁਰੂ ਦੀ ਮੂਰਤ ਭਾਵ ਗੁਰੂ ਸਵਰੂਪ ਦਾ ਆਪਣੇ ਹਿਰਦੇ ਵਿੱਚ ਧਿਆਨ ਕਰ। ਗੁਰਮੂਰਤ ਕੀ ਹੈ? ਭਾਈ ਗੁਰਦਾਸ ਸਾਹਿਬ ਜੀ ਦਾ ਹੀ ਬਚਨ ਹੈ, ਗੁਰਮੂਰਤ ਗੁਰ ਸ਼ਬਦ ਹੈ। ਗੁਰੂ ਦੀ ਮੂਰਤੀ ਕੀ ਹੈ? ਗੁਰੂ ਦਾ ਸ਼ਬਦ। ਇਹ ਨਹੀਂ ਵੀ ਕੋਈ ਪੱਥਰ ਦੀ ਗੁਰੂ ਦੀ ਮੂਰਤ ਬਣਾ ਲੈਣੀ ਹੈ ਅਤੇ ਉਹਨੂੰ ਆਪਣੇ ਮਨ ਵਿੱਚ ਵਸਾਉਣਾ, ਐਸਾ ਨਹੀਂ। ਗੁਰਮੂਰਤ ਗੁਰੂ ਦਾ ਸ਼ਬਦ ਹੈ, ਭਾਵ ਅਰਥ ਇਹ ਹੈ ਗੁਰੂ ਦੇ ਸ਼ਬਦ ਦਾ ਧਿਆਨ ਕਰ, ਸ਼ਬਦ ਨੂੰ ਆਪਣੇ ਹਿਰਦੇ ਵਿੱਚ ਟਿਕਾ,
ਸਦਾ ਹਜੂਰ ਹੈ, ਗੁਰੂ ਸਦਾ ਹੀ ਹਾਜ਼ਰ ਨਾਜ਼ਰ ਹੈ। ਗੁਰਮੁਖ ਸ਼ਬਦ ਗਿਆਨ, ਨੇੜ ਨਾ ਦੂਰ ਹੈ। ਜਿਹੜਾ ਗੁਰਮੁਖ ਹੈ ਨਾ, ਗੁਰਮੁਖ ਨੂੰ ਗੁਰੂ ਦੇ ਸ਼ਬਦ ਦਾ ਗਿਆਨ ਪ੍ਰਾਪਤ ਹੋਇਆ ਹੈ, ਅਤੇ ਸ਼ਬਦ ਦਾ ਗਿਆਨ ਪ੍ਰਾਪਤ ਕਰਕੇ ਉਸ ਨੂੰ ਇਹ ਸੋਝੀ ਮਿਲੀ ਹੈ, ਨੇੜ ਨਾ ਦੂਰ ਹੈ। ਗੁਰੂ ਸਦਾ ਹੀ ਨੇੜੇ ਹੈ, ਨਾ ਦੂਰ ਹੈ, ਉਹ ਕਿਤੇ ਦੂਰ ਨਹੀਂ ਹੈ। ਅਥਵਾ ਸ਼ਬਦ ਦੇ ਗਿਆਨ ਰਾਹੀਂ ਉਹਨੂੰ ਇਹ ਸਮਝ ਪਈ ਹੈ ਪਰਮੇਸ਼ਰ ਨੇੜੇ ਹੈ, ਉਹ ਕਿਤੇ ਦੂਰ ਨਹੀਂ ਗਿਆ ਹੋਇਆ, ਉਹ ਤਾਂ ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਸਦਾ ਹੀ ਨਾਲ ਹੈ। ਗੁਰਮੁਖ ਉਹਨੂੰ ਅੰਗ ਸੰਗ ਵਸਦਾ ਹੋਇਆ ਜਾਣਦੇ ਹੈ। ਪੁਰਬ ਲਿਖਤ ਨੀਸਾਨ, ਕਰਮ ਅੰਕੁਰ ਹੈ। ਪੁਰਬ ਲਿਖਤ ਨੀਸਾਨ, ਕਰਮ ਅੰਕੁਰ ਹੈ। ਕਰਮਾਂ ਦਾ ਜਿਹੜਾ ਅੰਕੁਰ ਹੈ ਨਾ, ਉਹ ਪੂਰਬਲੀ ਲਿਖਤ ਜੋ ਨਿਸ਼ਾਨ ਚਿੰਨ੍ਹ ਪਿਆ ਹੋਇਆ ਹੈ, ਉਹਦੇ ਅਨੁਸਾਰ ਹੀ ਉਹ ਕਰਮ ਜਿਹੜੇ ਨੇ ਅੰਕੁਰ ਬਣ ਕੇ ਫੁੱਟਦੇ ਹੈ, ਪ੍ਰਗਟ ਹੁੰਦੇ ਹੈ। ਪਿਛਲੇ ਕੀਤੇ ਕਰਮਾਂ ਦਾ ਜਿਹੜਾ ਨਿਸ਼ਾਨ ਹੈ, ਚਿੰਨ੍ਹ ਹੈ, ਜਦੋਂ ਉਹ ਕਰਮ ਅੰਕੁਰ ਪ੍ਰਗਟ ਹੁੰਦਾ ਹੈ, ਤਦੋਂ ਹੀ ਹਿਰਦੇ ਦੇ ਵਿੱਚ ਸ਼ਬਦ ਦਾ ਜਿਹੜਾ ਗਿਆਨ ਹੈ ਉਹ ਪ੍ਰਕਾਸ਼ਿਤ ਹੁੰਦਾ ਹੈ। ਜਿਵੇਂ ਪਹਿਲਾਂ ਰੁੱਖ ਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਧਰਤੀ ਦੇ ਵਿੱਚ, ਅਤੇ ਫਿਰ ਬਾਹਰ ਅਸੀਂ ਰੁੱਖ ਵੇਖਦੇ ਹਾਂ ਫਲਦਾ ਫੁੱਲਦਾ ਹੈ। ਪੂਰਬਲੇ ਕਰਮ ਜਿਹੜੇ ਨੇ, ਉਹ ਪੂਰਬਲੇ ਕੀਤੇ ਹੋਏ ਕਰਮਾਂ ਦੇ ਜਿਹੜੇ ਲੇਖ ਹਨ, ਜਦੋਂ ਉਹ ਪ੍ਰਗਟ ਹੁੰਦੇ ਹੈ ਨਾ, ਸਮਾਂ ਆਉਂਦਾ ਉਹਨਾਂ ਦੇ ਪ੍ਰਗਟ ਹੋਣ ਦਾ, ਉਹਨਾਂ ਕਰਮਾਂ ਦੇ ਅੰਕੁਰ ਦਾ ਫੁੱਟਣ ਦਾ, ਬਾਹਰ ਨਿਕਲਣ ਦਾ, ਗੁਰੂ ਸ਼ਬਦ ਦੇ ਨਾਲ ਮੇਲ ਹੁੰਦਾ ਹੈ, ਹਿਰਦੇ ਵਿੱਚ ਗੁਰੂ ਸ਼ਬਦ ਦਾ ਗਿਆਨ ਹੁੰਦਾ ਹੈ, ਅਤੇ ਜੀਵਨ ਗੁਣਾਂ ਦੇ ਨਾਲ ਪ੍ਰਫੁੱਲਤ ਹੋ ਜਾਂਦਾ ਹੈ, ਹਰਿਆ ਭਰਿਆ ਹੋ ਜਾਂਦਾ ਹੈ। ਗੁਰ ਸੇਵਾ ਪ੍ਰਧਾਨ, ਸੇਵਕ ਸੂਰ ਹੈ। ਸੇਵਕ ਜਿਹੜਾ ਨਾ ਗੁਰੂ ਦਾ, ਉਹ ਸੂਰਮਾ ਹੈ, ਕਿਉਂਕਿ ਸੇਵਕ ਨੇ ਸਾਰੇ ਵਿਕਾਰਾਂ 'ਤੇ ਜਿੱਤ ਪ੍ਰਾਪਤ ਕਰ ਲਈ ਹੈ। ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ। ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਸੋ ਉਹ ਵੱਡਾ ਸੂਰਮਾ ਹੈ ਜਿਹੜਾ ਸੇਵਕ ਹੈ। ਗੁਰ ਸੇਵਾ ਪ੍ਰਧਾਨ, ਸੇਵਕ ਸੂਰ ਹੈ। ਸੇਵਕ ਸੂਰਮਾ ਬਣ ਕੇ ਗੁਰੂ ਦੀ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦਾ ਹੈ, ਤਾਂ ਉਹ ਪ੍ਰਧਾਨ ਮੁਖੀ ਬਣ ਜਾਂਦਾ ਹੈ, ਆਗੂ ਬਣ ਜਾਂਦਾ ਹੈ। ਪੂਰਨ ਪਰਮ ਨਿਧਾਨ, ਸਦ ਭਰਪੂਰ ਹੈ। ਪਰਮਾਤਮਾ ਸਾਰੀਆਂ ਥਾਵਾਂ 'ਤੇ ਪਰਿਪੂਰਨ ਹੈ, ਪਰਮ ਵੱਡਾ ਹੈ। ਨਿਧਾਨ, ਉਹਦਾ ਜਿਹੜਾ ਖਜ਼ਾਨਾ ਨਾ ਸਦਾ ਹੀ ਭਰਿਆ ਹੋਇਆ ਹੈ ਪਰਮੇਸ਼ਰ ਦਾ। ਉਹਦੇ ਨਾਮ ਦੇ ਖਜ਼ਾਨੇ, ਭਗਤੀ ਦੇ ਖਜ਼ਾਨੇ ਸਦਾ ਭਰੇ ਹੋਏ ਨੇ, ਕਦੇ ਵੀ ਖਾਲੀ ਨਹੀਂ ਹੁੰਦੇ। ਸਾਧ ਸੰਗਤ ਅਸਥਾਨ, ਜਗਮਗ ਨੂਰ ਹੈ। ਅਤੇ ਉਸ ਨੂੰ ਵੇਖਣ ਦਾ, ਉਹਦੇ ਦਰਸ਼ਨ ਕਰਨ ਦਾ ਜਿਹੜਾ ਅਸਥਾਨ ਹੈ, ਇਹ ਸਾਧ ਸੰਗਤ ਹੈ। ਜਗਮਗ ਨੂਰ ਹੈ, ਅਤੇ ਪਰਮੇਸ਼ਰ ਦਾ ਨੂਰ ਸਾਧ ਸੰਗਤ ਦੇ ਵਿੱਚ ਜਗਮਗ ਜਗਮਗ ਕਰ ਰਿਹਾ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਇਹ ਜਿਹੜਾ ਸਾਧ ਸੰਗਤ ਅਸਥਾਨ ਹੈ ਨਾ, ਗੁਰੂ ਦੀ ਸੰਗਤ, ਪਰਮਾਤਮਾ ਦਾ ਜਿਹੜਾ ਨੂਰ, ਪ੍ਰਕਾਸ਼ ਇੱਥੇ ਜਗਮਗ ਕਰ ਰਿਹਾ ਹੈ। ਸ਼ਬਦ ਦੀਆਂ ਕਿਰਨਾਂ ਅਗਿਆਨਤਾ ਵਾਲੇ ਹਨੇਰੇ ਦੇ ਵਿੱਚ ਪ੍ਰਕਾਸ਼ ਕਰ ਰਹੀਆਂ ਨੇ, ਅਗਿਆਨਤਾ ਦਾ ਹਨੇਰਾ ਦੂਰ ਕਰ ਰਹੀਆਂ ਹਨ।
ਲਖ ਲਖ ਸਸੀਅਰ ਭਾਨ ਕਿਰਨ ਠਰੂਰ ਹੈ। ਲੱਖਾਂ ਸਸੀਅਰ ਚੰਦਰਮੇ ਤੇ ਲੱਖਾਂ ਭਾਨ ਦਾ ਅਰਥ ਸੂਰਜ। ਲੱਖਾਂ ਸੂਰਜ ਤੇ ਲੱਖਾਂ ਹੀ ਚੰਦਰਮਾ ਦੀਆਂ ਕਿਰਨਾਂ ਸ਼ਬਦ ਦੇ ਪ੍ਰਕਾਸ਼ ਦੇ ਸਾਹਮਣੇ ਮਾਤ ਹਨ। ਜਿਵੇਂ ਸੂਰਜ ਦੇ ਸਾਹਮਣੇ ਦੀਵਾ ਬਿਲਕੁਲ ਛੋਟਾ ਹੈ, ਦੀਵੇ ਦਾ ਪ੍ਰਕਾਸ਼ ਸੂਰਜ ਦੇ ਸਾਹਮਣੇ ਕੁਝ ਵੀ ਨਹੀਂ ਹੁੰਦਾ। ਸੂਰਜ ਜਿਹੜਾ ਹੈ ਉਹ ਦੀਵੇ ਨੂੰ ਮਾਤ ਪਾ ਦਿੰਦਾ ਹੈ। ਇਸੇ ਤਰ੍ਹਾਂ ਗੁਰੂ ਦਾ ਸ਼ਬਦ, ਗੁਰ ਸ਼ਬਦ ਦਾ ਚਾਨਣ ਜੋ ਸਾਧ ਸੰਗਤ ਵਿੱਚੋਂ ਮਿਲਦਾ ਹੈ, ਉਹ ਲੱਖਾਂ ਸੂਰਜ ਤੇ ਲੱਖਾਂ ਚੰਦਰਮਾ ਦੀਆਂ ਕਿਰਨਾਂ ਨੂੰ ਮਾਤ ਪਾ ਦਿੰਦਾ ਹੈ। ਅਸੀਂ ਸਤਿਗੁਰੂ ਦੇ ਬਚਨ ਅੰਮ੍ਰਿਤ ਬਾਣੀ ਦੇ ਵਿੱਚ ਪੜ੍ਹਦੇ ਹਾਂ, ਜੇ 100 ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਮਹਾਰਾਜ ਕਹਿੰਦੇ ਸੈਂਕੜੇ ਹੀ ਚੰਦਰਮਾ ਆਕਾਸ਼ ਵਿੱਚ ਚੜ੍ਹ ਜਾਣ, ਹਜ਼ਾਰਾਂ ਸੂਰਜ ਆਕਾਸ਼ ਵਿੱਚ ਉਦੇ ਹੋ ਜਾਣ, ਇੰਨਾ ਚਾਨਣ ਹੋ ਜਾਏ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇੰਨੇ ਚਾਨਣ ਹੁੰਦਿਆਂ ਹੋਇਆਂ ਵੀ ਗੁਰੂ ਤੋਂ ਬਿਨਾਂ ਹਿਰਦੇ ਵਿੱਚ ਘੁੱਪ ਹਨੇਰਾ ਹੀ ਹੈ ਅਗਿਆਨਤਾ ਦਾ। ਬਾਹਰ ਦਾ ਚਾਨਣ ਸਿਰਫ ਤੁਸੀਂ ਬਾਹਰ ਦੀ ਵਸਤੂ ਬਾਹਰ ਦੀਆਂ ਅੱਖਾਂ ਨਾਲ ਦੇਖ ਸਕਦੇ ਹਾਂ, ਪਰ ਇਹ ਸਮਝ ਸੋਝੀ ਗਿਆਨ ਨਹੀਂ ਬਖਸ਼ ਸਕਦੀਆਂ। ਬਾਹਰ ਦਾ ਚਾਨਣ ਗਿਆਨ ਨਹੀਂ ਦੇ ਸਕਦਾ। ਸੋਝੀ ਬਖਸ਼ਣੀ ਹੈ, ਅਕਲ ਬਖਸ਼ਣੀ ਹੈ ਗੁਰੂ ਦੇ ਸ਼ਬਦ ਨੇ। ਲੱਖਾਂ ਸੂਰਜ ਤੇ ਲੱਖਾਂ ਚੰਦਰਮਾ ਦੀਆਂ ਕਿਰਨਾਂ ਗੁਰੂ ਸ਼ਬਦ ਦੇ ਸਾਹਮਣੇ ਠਰੂਰ ਠੰਡੀਆਂ ਹਨ, ਮਾਤ ਹਨ। ਇਹ ਸਾਰੀਆਂ ਜਿਹੜੀਆਂ ਸੂਰਜ ਚੰਦਰਮਾ ਦੀਆਂ ਕਿਰਨਾਂ ਹਨ, ਇਹ ਗੁਰੂ ਸ਼ਬਦ ਦੇ ਸਾਹਮਣੇ ਕੁਝ ਵੀ ਨਹੀਂ ਹਨ। ਸੋ ਅੱਗੇ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਲੱਖ ਲੱਖ ਵੇਦ ਪੁਰਾਣ ਕੀਰਤਨ ਚੂਰ ਹੈ। ਲੱਖਾਂ ਵੇਦ ਤੇ ਲੱਖਾਂ ਪੁਰਾਣ ਕੀਰਤਨ ਦੇ ਸਾਹਮਣੇ ਇਹ ਚੂਰ ਹਨ। ਲੱਖਾਂ ਵੇਦ ਤੇ ਲੱਖਾਂ ਬੰਦਾ ਪੁਰਾਣ ਪੜ੍ਹ ਲਵੇ। ਭਾਈ ਸਾਹਿਬ ਜੀ ਕਹਿੰਦੇ ਸਾਧ ਸੰਗਤ ਦੇ ਵਿੱਚੋਂ ਜੋ ਗੁਰ ਸ਼ਬਦ ਤੋਂ ਤੈਨੂੰ ਸੋਝੀ ਮਿਲਣੀ ਹੈ, ਉਹ ਲੱਖਾਂ ਵੇਦ ਲੱਖਾਂ ਵਾਰ ਪੁਰਾਣ ਪੜ੍ਹ ਕੇ ਤੈਨੂੰ ਪ੍ਰਾਪਤ ਨਹੀਂ ਹੋ ਸਕਦੀ। ਸਾਧ ਸੰਗਤ ਵਿੱਚ ਪਰਮੇਸ਼ਰ ਦੀ ਸਿਫਤ ਦੇ ਕੀਰਤਨ ਦੇ ਸਾਹਮਣੇ ਇਹ ਚੂਰ ਹਨ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਬਾਣੀ ਵਿੱਚ ਅਸੀਂ ਹਜ਼ੂਰ ਦੇ ਬਚਨ ਪੜ੍ਹਦੇ ਹਾਂ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੈ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਏਂਦਾ। ਸੋ ਜਿਹੜਾ ਕੀਰਤਨ ਹੈ ਉਹਦੀ ਵਡਿਆਈ ਕੀਤੀ ਭਾਈ ਗੁਰਦਾਸ ਸਾਹਿਬ ਨੇ। ਸਾਧ ਸੰਗਤ ਵਿੱਚ ਬੈਠ ਕੇ ਕੀਰਤਨ ਸੁਣ, ਕੀਰਤਨ ਦੇ ਸਾਹਮਣੇ ਲੱਖਾਂ ਵੇਦ ਤੇ ਲੱਖਾਂ ਪੁਰਾਣ ਇਹ ਸਾਰੇ ਮਾਤ ਹਨ, ਤੁੱਛ ਹਨ। ਭਗਤ ਵਸ਼ਲ ਪਰਵਾਣ ਚਰਣਾ ਧੂਰ ਹੈ। ਭਗਤ ਵਸ਼ਲ, ਭਗਤ ਵਸ਼ਲ ਕਹਿੰਦੇ ਜਿਹੜਾ ਭਗਤੀ ਨੂੰ ਪਿਆਰ ਕਰਦਾ ਹੈ। ਭਗਤ ਭਗਤੀ ਜਿਹਨੂੰ ਵਸ਼ਲ ਪਿਆਰੀ ਲੱਗਦੀ ਹੈ ਪਰਮੇਸ਼ਰ। ਭਗਤ ਵਸ਼ਲ ਪਰਵਾਨ ਚਰਣਾ ਧੂਰ ਹੈ। ਐਸੇ ਪ੍ਰਭੂ ਦੇ ਪਿਆਰਿਆਂ ਦੀ ਚਰਨ ਧੂੜੀ, ਭਗਤ ਵਸ਼ਲ ਭਗਤਾਂ ਦੀ ਪੈਜ ਰੱਖਣ ਵਾਲੇ ਪ੍ਰਭੂ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੈ। ਜਿਹੜੇ ਸਾਧ ਸੰਗਤ ਵਿੱਚ ਬੈਠ ਕੇ ਕੀਰਤਨ ਦਾ ਆਨੰਦ ਮਾਣਦੇ ਹੈ, ਇਸ ਨੂਰ ਪ੍ਰਕਾਸ਼ ਦੇ ਨਾਲ ਆਪਣੇ ਹਿਰਦੇ ਨੂੰ ਪ੍ਰਕਾਸ਼ਿਤ ਕਰ ਲੈਂਦੇ ਹੈ। ਸ਼ਬਦ ਦੇ ਨਾਲ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰ ਲੈਂਦੇ ਹੈ। ਕੀਰਤਨ ਦੇ ਵਿੱਚ ਮਗਨ ਰਹਿੰਦੇ ਹੈ। ਐਸੇ ਗੁਰਮੁਖਾਂ ਦੀ ਚਰਨ ਧੂੜ ਜਿਹੜੀ ਹੈ ਉਹ ਪ੍ਰਵਾਨ ਹੈ। ਪਰਮਾਤਮਾ ਜਿਹੜਾ ਭਗਤੀ ਨੂੰ ਪਿਆਰ ਕਰਦਾ ਹੈ, ਉਹਨਾਂ ਨੂੰ ਆਪਣੇ ਦਰ 'ਤੇ ਪ੍ਰਵਾਨ ਕਰ ਲੈਂਦਾ, ਕਬੂਲ ਕਰ ਲੈਂਦਾ ਹੈ। ਉਹ ਰੱਬੀ ਦਰਗਾਹ ਦੇ ਵਿੱਚ ਸਤਿਕਾਰ ਪਾਉਂਦੇ ਨੇ। ਰੇ ਰੇ ਦਰਗਹਿ ਕਹਿ ਨਾ ਕੋਊ, ਆਓ ਬੈਠ ਆਦਰ ਸ਼ੁਭ ਦੇਉ। ਉਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੀ ਚਰਨ ਧੂੜ ਨੂੰ ਅਨੇਕਾਂ ਹੀ ਜਗਿਆਸੂ ਲੋਚਦੇ ਹੈ, ਚਾਹੁੰਦੇ ਰਹਿੰਦੇ ਉਹਨਾਂ ਗੁਰਮੁਖਾਂ ਦੀ ਸਾਨੂੰ ਚਰਨ ਧੂੜ ਮਿਲ ਜਾਏ।
ਸੋ ਸਾਧ ਸੰਗਤ ਦੇ ਵਿੱਚ ਗੁਰ ਸ਼ਬਦ ਦੇ ਨਾਲ ਗੁਰੂ ਕੇ ਸਿੱਖ ਨੇ ਜੁੜਨਾ ਹੈ। ਸ਼ਬਦ ਦੇ ਸਾਹਮਣੇ ਲੱਖਾਂ ਸੂਰਜ, ਲੱਖਾਂ ਚੰਦਰਮੇ ਸਾਰੇ ਫਿੱਕੇ ਹਨ। ਸਿਰਫ ਸ਼ਬਦ ਹੀ ਸਾਡੇ ਹਿਰਦੇ ਦੇ ਵਿੱਚ ਚਾਨਣਾ ਬਖਸ਼ ਸਕਦਾ ਹੈ, ਸੋਝੀ ਬਖਸ਼ ਸਕਦਾ, ਸਾਨੂੰ ਅਕਲ ਦੇਣ ਵਾਲਾ ਹੈ, ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲਾ ਹੈ। ਸੋ ਭਾਈ ਗੁਰਦਾਸ ਸਾਹਿਬ ਨੇ ਇਸ ਪੌੜੀ ਦੇ ਵਿੱਚ ਸਾਨੂੰ ਸਾਧ ਸੰਗਤ ਵਿੱਚ ਟਿਕ ਕੇ ਸ਼ਬਦ ਦੇ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ। ਸੋ ਆਓ ਸਾਧ ਸੰਗਤ ਕੁਝ ਕੁ ਇਤਿਹਾਸ ਦੀ ਅੱਜ ਵਿਚਾਰ ਆਪ ਜੀ ਦੇ ਨਾਲ ਕਰਨੀ ਹੈ। ਅੱਜ ਵੱਡਾ ਘੱਲੂਘਾਰਾ ਸਮੁੱਚੀ ਹੀ ਕੌਮ ਅੱਜ ਦੇ ਦਿਨ ਮਨਾਉਂਦੀ ਹੈ। ਜਿਸ ਇਤਿਹਾਸ ਦੀ ਘਟਨਾ ਦਾ ਮੈਂ ਜ਼ਿਕਰ ਕਰਨ ਲੱਗਾ ਹਾਂ, ਇਸ ਨੂੰ ਇਤਿਹਾਸ ਦੇ ਵਿੱਚ ਵੱਡਾ ਘੱਲੂਘਾਰਾ ਦੇ ਨਾਂ ਦੇ ਨਾਲ ਚੇਤੇ ਕੀਤਾ ਜਾਂਦਾ ਹੈ। 1746 ਦੇ ਵਿੱਚ ਛੋਟਾ ਘੱਲੂਘਾਰਾ ਹੋਇਆ ਸੀ, ਜੋ ਕਾਹਨੂੰਵਾਨ ਦੇ ਛੰਭ ਦੇ ਵਿੱਚ ਹੋਇਆ। ਵੱਡਾ ਘੱਲੂਘਾਰਾ 1762 5 ਫਰਵਰੀ 1762 ਨੂੰ ਹੋਇਆ। 1748 ਤੋਂ ਲੈ ਕੇ 1761 ਤੱਕ ਅਹਿਮਦ ਸ਼ਾਹ ਅਬਦਾਲੀ ਨੇ 5 ਹਮਲੇ ਹਿੰਦੁਸਤਾਨ ਦੇ ਉੱਤੇ ਕੀਤੇ। 1761 ਦੀ ਲੜਾਈ ਜਿਹੜੀ ਹੈ ਉਹ ਪਾਣੀਪਤ ਦੇ ਮੈਦਾਨ ਦੇ ਵਿੱਚ ਮਰਹੱਟਿਆਂ ਦੇ ਨਾਲ ਹੋਈ, ਅਹਿਮਦ ਸ਼ਾਹ ਅਬਦਾਲੀ ਦੀ। ਹਿੰਦੁਸਤਾਨ ਦੇ ਵਿੱਚ ਮਰਹੱਟੇ ਆਪਣੇ ਆਪ ਨੂੰ ਬਹੁਤ ਵੱਡੀ ਤਾਕਤ ਸਮਝਦੇ ਸੀ, ਪਰ ਪਾਣੀਪਤ ਦੀ ਇਸ ਜੰਗ ਦੇ ਵਿੱਚ 1761 ਨੂੰ ਮਰਹੱਟੇ ਬੁਰੀ ਤਰ੍ਹਾਂ ਹਾਰ ਗਏ ਅਬਦਾਲੀ ਤੋਂ। ਅਬਦਾਲੀ ਨੇ ਦਿੱਲੀ ਨੂੰ ਲੁੱਟਿਆ, ਹੋਰ ਸ਼ਹਿਰਾਂ ਨੂੰ ਲੁੱਟਿਆ, ਇੱਥੋਂ ਦੀਆਂ ਬਹੂ ਬੇਟੀਆਂ ਨੂੰ ਬੰਦੀ ਬਣਾ ਕੇ ਸਾਜੋ ਸਮਾਨ ਲੁੱਟ ਕੇ ਵਾਪਸ ਮੁੜਿਆ। ਜਦੋਂ ਉਹ ਵਾਪਸ ਮੁੜਿਆ, ਸਤਲੁਜ ਦਰਿਆ ਤੋਂ ਲੈ ਕੇ ਜੇਹਲਮ ਤੱਕ, ਅਟਕ ਤੱਕ ਖਾਲਸੇ ਨੇ ਇਹਦਾ ਪਿੱਛਾ ਕੀਤਾ, ਅਬਦਾਲੀ ਦਾ, ਇਹਦੀਆਂ ਫੌਜਾਂ ਦਾ। ਸਿੰਘ ਲੁਕਦੇ ਛਿਪਦੇ ਗੁਰੀਲਾ ਜੰਗ ਨੀਤੀ ਅਪਣਾ ਕੇ ਹੱਲਾ ਬੋਲ ਦਿੰਦੇ ਸਨ। ਜਿਹੜਾ ਅਬਦਾਲੀ ਦਾ ਲੁੱਟਿਆ ਹੋਇਆ ਸਾਜੋ ਸਮਾਨ ਉਹ ਖੋਹ ਲਿਆਉਂਦੇ ਸਨ। ਅਬਦਾਲੀ ਇਸ ਗੱਲੋਂ ਬਹੁਤ ਜ਼ਿਆਦਾ ਖਿਝਿਆ। ਦੁਨੀਆ 'ਤੇ ਕੋਈ ਐਸੀ ਤਾਕਤ ਨਹੀਂ ਜਿਹੜੀ ਮੇਰਾ ਰਾਹ ਰੋਕ ਸਕੇ, ਇਹ ਮੇਰੇ ਉੱਤੇ ਹਮਲਾਵਰ ਹੁੰਦੇ ਨੇ। ਸਿੰਘ ਜਿਹੜੇ ਸਨ ਉਹ ਤਕਰੀਬਨ 10-12 ਕੋਹ ਪਿੱਛੇ ਰਹਿੰਦੇ ਸਨ। ਜਦੋਂ ਕਿਤੇ ਰਾਤ ਅਬਦਾਲੀ ਨੇ ਟਿਕਣਾ, ਉਹਦੀਆਂ ਫੌਜਾਂ ਨੇ ਟਿਕਣਾ, ਹੱਲਾ ਬੋਲ ਦੇਣਾ, ਅਤੇ ਝੱਟ ਹੀ ਹੱਲਾ ਬੋਲ ਕੇ ਸਾਜੋ ਸਮਾਨ ਲੁੱਟ ਕੇ ਚਲੇ ਜਾਣਾ, ਪਤਾ ਨਾ ਲੱਗਣਾ ਹੱਲਾ ਕਿੱਧਰੋਂ ਹੋ ਗਿਆ ਹੈ। 2200 ਲੜਕੀਆਂ ਨੂੰ ਬੰਦੀ ਬਣਾ ਕੇ ਅਬਦਾਲੀ ਲਿਜਾ ਰਿਹਾ ਸੀ। ਖਾਲਸੇ ਨੇ ਹੱਲਾ ਬੋਲ ਕਰਕੇ ਉਹ ਸਾਰੀਆਂ ਲੜਕੀਆਂ ਨੂੰ ਛੁਡਾਇਆ, ਉਹਨਾਂ ਨੂੰ ਥਾਂ ਥਾਈਂ ਉਹਨਾਂ ਦੇ ਘਰੋਂ ਘਰੀ ਖਾਲਸੇ ਨੇ ਪਹੁੰਚਾਇਆ। ਐਸਾ ਕਿਰਦਾਰ ਰਿਹਾ ਖਾਲਸੇ ਦਾ। ਅਬਦਾਲੀ ਨੂੰ ਬਹੁਤ ਖਿਝ ਚੜ੍ਹੀ, ਬਹੁਤ ਗੁੱਸਾ ਆਇਆ। 1762 ਦਾ ਹਮਲਾ ਉਸਨੇ ਸਿੱਖ ਤਾਕਤ ਨੂੰ ਦਬਾਉਣ ਵਾਸਤੇ ਕੀਤਾ। ਪੰਜਾਬ ਵਿੱਚੋਂ ਲੰਘਦਾ ਸੀ। 1762 ਸਿੰਘ ਪੰਜਾਬ ਦੇ ਉੱਤੇ ਕਾਬਜ਼ ਸਨ, ਅਤੇ 1761 ਨੂੰ ਅਕਤੂਬਰ ਦੇ ਮਹੀਨੇ ਖਾਲਸੇ ਨੇ ਗੁਰਮਤਾ ਕੀਤਾ ਸੀ ਵੀ ਜਿਹੜੇ ਗੁਪਤਚਰ ਨੇ ਨਾ ਸੂਈਏ, ਇਹਨਾਂ ਨੂੰ ਸੋਧਣਾ ਚਾਹੀਦਾ ਹੈ, ਅਤੇ ਕਈਆਂ ਨੂੰ ਸੋਧਿਆ। ਨਿਰੰਜਨੀਆ ਸੰਪਰਦਾਇ ਦਾ ਜਿਹੜਾ ਆਕਲਦਾਸ ਸੀ, ਜੰਡਿਆਲੇ ਨੂੰ ਘੇਰਾ ਪਾਇਆ ਖਾਲਸੇ ਨੇ, ਜੰਡਿਆਲੇ ਗੁਰੂ ਨੂੰ। ਉਹਨੇ ਆਪਣੇ ਜਿਹੜੇ ਸੂਹੀਏ ਸਨ ਉਹ ਅਬਦਾਲੀ ਕੋਲ ਭੇਜੇ ਵੀ ਤੂੰ ਛੇਤੀ ਫੌਜ ਲੈ ਕੇ ਆ, ਹਮਲਾ ਕਰ।
ਸਿੰਘਾਂ ਨੂੰ ਪਤਾ ਲੱਗ ਗਿਆ ਵੀ ਹੁਣ ਅਬਦਾਲੀ ਵੱਡੀ ਗਿਣਤੀ ਵਿੱਚ ਫੌਜ ਲੈ ਕੇ ਆਵੇਗਾ, ਤਾਂ ਖਾਲਸੇ ਨੇ ਆਪਣੇ ਪਰਿਵਾਰਾਂ ਨੂੰ, ਜਿਨ੍ਹਾਂ ਵਿੱਚ ਬੱਚੇ ਸਨ, ਬੀਬੀਆਂ ਸਨ, ਬਜ਼ੁਰਗ ਸਨ, ਇਹ ਸੋਚਿਆ ਵੀ ਕਿਸੇ ਸੁਰੱਖਿਅਤ ਥਾਂ 'ਤੇ ਪਹੁੰਚਾ ਕੇ ਵਾਪਸ ਆ ਕੇ ਫਿਰ ਅਬਦਾਲੀ ਦੇ ਨਾਲ ਦੋ ਹੱਥ ਕਰਦੇ ਹਾਂ। ਤੋ ਉੱਧਰੋਂ ਮਾਝੇ ਤੋਂ ਚੱਲਦੇ ਹੋਏ ਜਿੰਨੇ ਸਾਰੇ ਸਿੰਘ ਸਨ, ਜਿੰਨੇ ਪਰਿਵਾਰ ਸੀ, ਪਰਿਵਾਰਾਂ ਨੂੰ ਲੈ ਕੇ ਇੱਧਰ ਮਾਲਵੇ ਆਏ। ਮਲੇਰਕੋਟਲੇ ਤੋਂ ਤਕਰੀਬਨ 12 ਕਿਲੋਮੀਟਰ ਉੱਤਰ ਵੱਲ ਕੁੱਪ ਰਹੀੜਾ ਪਿੰਡ ਹੈ। ਦੋ ਪਿੰਡ ਨੇ ਇਕੱਠੇ, ਇਕੱਠਾ ਨਾਂ ਇਹਨਾਂ ਦਾ ਪੁਕਾਰਿਆ ਜਾਂਦਾ ਹੈ। ਇੱਥੇ ਖਾਲਸੇ ਦਾ ਦਲ ਸੀ। ਅਬਦਾਲੀ ਦੀਆਂ ਫੌਜਾਂ ਵਾਹੋ ਦਾਹੀ ਕਰਦੀਆਂ ਹੋਈਆਂ 5 ਫਰਵਰੀ ਸਵੇਰੇ ਆਣ ਕੇ ਸਿੰਘ ਅਵੇਸਲੇ ਸਨ, ਕਿਉਂਕਿ 3 ਫਰਵਰੀ ਨੂੰ ਤਾਂ ਉਹ ਲਾਹੌਰ ਸੀ ਤੇ ਬੜੀ ਛੇਤੀ ਉਹ ਲਾਹੌਰ ਪੁੱਜਾ। ਖਾਲਸੇ ਨੇ ਅੰਦਾਜ਼ਾ ਲਾਇਆ ਸੀ ਵੀ ਘੱਟੋ ਘੱਟ ਉਹਨੂੰ 10 ਦਿਨ ਲੱਗਣਗੇ ਅਜੇ ਪੁੱਜਦਿਆਂ ਹੋਇਆਂ, ਪਰ ਉਹ ਛੇਤੀ ਛੇਤੀ ਲਾਹੌਰ ਪੁੱਜਾ। ਰੋਹਤਾਸ ਤੋਂ ਲਾਹੌਰ, ਲਾਹੌਰ ਤੋਂ ਫਿਰ 5 ਫਰਵਰੀ ਇੱਥੇ ਪੁੱਜ ਗਿਆ। ਸਵੇਰ ਦਾ ਵੇਲਾ ਸੀ। ਖਾਲਸਾ ਕਈ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰ ਰਹੇ ਸਨ, ਕੁਝ ਤਿਆਰ ਹੋ ਰਹੇ ਸਨ। ਕੋਈ ਤਿਆਰੀ ਨਹੀਂ ਸੀ ਖਾਲਸੇ ਦੀ। ਸਰਹੰਦ ਦੇ ਫੌਜਦਾਰ ਨਵਾਬ ਨੇ ਮਿਲ ਕੇ, ਮਲੇਰਕੋਟਲੇ ਦਾ ਨਵਾਬ ਮਿਲਿਆ, ਹੋਰ ਬਹੁਤ ਸਾਰੀ ਤਾਕਤ ਅਬਦਾਲੀ ਨੇ ਇਕੱਠੀ ਕਰਕੇ ਲਿਆਂਦੀ ਸੀ। ਖਾਲਸੇ ਦੇ ਉੱਤੇ ਹਮਲਾ ਬੋਲ ਦਿੱਤਾ। ਤਾਂ ਉਸ ਵੇਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ, ਬਾਬਾ ਸ਼ਿਆਮ ਸਿੰਘ ਜੀ, ਹੋਰ ਵੀ ਅਨੇਕਾਂ ਮਿਸਲਾਂ ਦੇ ਆਗੂ ਜਥੇਦਾਰ ਨਾਲ ਸਨ। ਤਾਂ ਉਸੇ ਵੇਲੇ ਫਿਰ ਖਾਲਸੇ ਨੇ ਦੁਸ਼ਮਣ ਦੇ ਨਾਲ ਦੋ ਹੱਥ ਕਰਨੇ ਸ਼ੁਰੂ ਕੀਤੇ ਹੈ। ਜਿੰਨੀ ਵੀ ਵਹੀਰ ਸੀ ਖਾਲਸੇ ਦੀ, ਬੀਬੀਆਂ, ਬੱਚੇ, ਬਜ਼ੁਰਗ, ਸਾਰਿਆਂ ਨੂੰ ਨਾ ਇੱਕ ਮਨੁੱਖੀ ਦੀਵਾਰ ਬਣਾ ਕੇ ਗੋਲ ਘੇਰੇ ਵਿੱਚ ਲੈ ਲਿਆ। ਅਬਦਾਲੀ ਦੀਆਂ ਫੌਜਾਂ ਉਸ ਘੇਰੇ ਨੂੰ ਤੋੜਨ ਦਾ ਯਤਨ ਕਰਦੀਆਂ ਨੇ। ਪਹਿਲੇ ਹਮਲੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਿੱਖਾਂ ਦਾ, ਪਰ ਫਿਰ ਵੀ ਸੰਭਲ ਗਏ। ਦੁਸ਼ਮਣ ਦੇ ਨਾਲ ਖਾਲਸਾ ਮੁਕਾਬਲਾ ਕਰਦਾ ਰਿਹਾ, ਅਨੇਕਾਂ ਸ਼ਹੀਦੀਆਂ ਹੋਈਆਂ ਅਤੇ ਲੜਦਿਆਂ ਲੜਦਿਆਂ ਅੱਗੇ ਵਧਦੇ ਰਹੇ, ਬਰਨਾਲੇ ਵੱਲ ਨੂੰ ਵੱਧ ਰਹੇ ਸਨ। ਅਬਦਾਲੀ ਦੀਆਂ ਫੌਜਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ, ਔਰ ਇਸ ਖਾਲਸੇ ਦੇ ਕੌਮ ਦੇ ਸਾਰੇ ਜਥੇ ਦੇ ਵਿੱਚ ਦੋਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸਨ। ਦਮਦਮੀ ਬੀੜ ਵੀ ਅਤੇ ਅੰਮ੍ਰਿਤਸਰ ਸਾਹਿਬ ਵਾਲੀ ਬੀੜ ਵੀ ਨਾਲ ਸੀ। ਉਦੋਂ ਜਦੋਂ ਇਹ ਖਾਲਸੇ ਨਾਲੇ ਜੰਗ ਕਰ ਰਹੇ ਨੇ, ਬੀਬੀਆਂ ਬੱਚਿਆਂ ਨੂੰ ਘੇਰੇ ਵਿੱਚ ਲੈ ਕੇ ਬਚਾ ਰਹੇ ਤੇ ਅੱਗੇ ਤੁਰ ਰਹੇ ਹਨ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸ਼ਾਮ ਪੈ ਜਾਏ, ਦਿਨ ਢਲ ਜਾਏ, ਰਾਤ ਪੈ ਜਾਏ, ਕਿਉਂਕਿ ਅਬਦਾਲੀ ਦੀਆਂ ਫੌਜਾਂ ਇਸ ਇਲਾਕੇ ਦੀਆਂ ਜਾਣੂ ਨਹੀਂ, ਫਿਰ ਜੰਗ ਬੰਦ ਹੋਵੇਗੀ। ਪਰ ਇਸ ਜੰਗ ਵਿੱਚ ਖਾਲਸੇ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ। ਸਰਦਾਰ ਚੜ੍ਹਤ ਸਿੰਘ ਨੇ ਇੱਕ ਸਲਾਹ ਦਿੱਤੀ ਵੀ ਜਿੰਨੇ ਵੀ ਅਬਦਾਲੀ ਦੀਆਂ ਫੌਜਾਂ ਦੇ ਜਰਨੈਲ ਹਨ, ਇੱਕ ਇੱਕ ਮਿਸਲ ਉਹਦੇ ਨਾਲ ਟਾਕਰਾ ਕਰੇ। ਪਰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਸ਼ਬਦ ਕਹੇ ਜੋ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖੇ ਨੇ। ਉਹਨਾਂ ਨੇ ਕਿਹਾ, ਸਰਦਾਰ ਚੜ੍ਹਤ ਸਿੰਘ ਜੀ, ਮਿਸਲ ਵੰਡ ਅਬ ਕਬਹੂ ਨਾ ਪਾਵੋ, ਰਲ ਮਿਲ ਖੜ ਤੁਰ ਪੰਥ ਬਚਾਵੋ। ਵੀ ਹੁਣ ਮਿਸਲ ਵੰਡ ਨਾ ਪਾਓ ਵੀ ਆਹ ਮਿਸਲ ਇਸ ਜਰਨੈਲ ਦੇ ਨਾਲ ਲੋਹਾ ਲਵੇਗੀ, ਆਹ ਮਿਸਲ ਫਲਾਣੇ ਜਰਨੈਲ ਦੇ ਨਾਲ, ਕਹਿੰਦੇ ਨਹੀਂ। ਹੁਣ ਮਿਸਲ ਵੰਡ ਨਾ ਪਾਓ, ਜਿੱਧਰ ਵੇਖੋ ਕਿ ਦੁਸ਼ਮਣ ਦੀ ਫੌਜ ਭਾਰੂ ਹੋ ਰਹੀ ਹੈ, ਉੱਧਰ ਜਾ ਕੇ ਮਦਦ ਕਰੋ। ਤੋ ਗੋਲ ਘੇਰਾ ਬਣਾਇਆ ਹੋਇਆ ਸੀ ਸਿੱਖ ਜਰਨੈਲਾਂ ਨੇ, ਸਿੱਖ ਨੌਜਵਾਨ ਫੌਜਾਂ ਨੇ। ਬਾਕੀ ਵਹੀਰ ਸਾਰੀ ਘੇਰੇ ਦੇ ਵਿੱਚ ਸੀ, ਲੜਦੇ, ਸ਼ਹਾਦਤਾਂ ਪ੍ਰਾਪਤ ਕਰਦੇ ਅੱਗੇ ਨੂੰ ਵੱਧ ਰਹੇ ਸਨ। ਇਸ ਜੰਗ ਦੇ ਦੌਰਾਨ ਅਨੇਕਾਂ ਸ਼ਹਾਦਤਾਂ ਹੋਈਆਂ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤਾਂ ਮਸਾਂ ਹੀ ਮੌਤ ਦੇ ਮੂੰਹ ਦੇ ਵਿੱਚੋਂ ਬਚੇ।
22 ਜ਼ਖਮ ਲੱਗੇ ਵੱਡੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਤਨ 'ਤੇ। 19 ਜ਼ਖਮ ਸਨ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਏ ਦੇ ਤਨ 'ਤੇ। ਅਤੇ ਜਦੋਂ ਦੁਸ਼ਮਣ ਦੇ ਵਿੱਚ ਘਿਰਿਆ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਵੇਖਿਆ, ਉਹਨਾਂ ਦਾ ਘੋੜਾ ਬਹੁਤ ਜ਼ਿਆਦਾ ਜ਼ਖਮੀ ਹੋਇਆ, ਅੱਗੇ ਨਹੀਂ ਸੀ ਤੁਰ ਪਾ ਰਿਹਾ। ਤਾਂ ਆਸਪਾਲਕ ਕੋਲੋਂ ਭਾਈ ਗੁਰਮੁਖ ਸਿੰਘ, ਉਹਨਾਂ ਨੇ ਜਦ ਚਾਬੁਕ ਚੱਕਿਆ ਨਾ ਘੋੜੇ ਨੂੰ ਮਾਰਨ ਵਾਸਤੇ, ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਮਨ੍ਹੇ ਕਰ ਦਿੱਤਾ। ਕਹਿੰਦੇ ਨਾ, ਘੋੜੇ ਨੂੰ ਚਾਬੁਕ ਨਾ ਮਾਰੀ। ਇੱਕ ਤਾਂ ਇਸ ਘੋੜੇ ਨੇ ਮੇਰਾ ਸਾਥ ਬਹੁਤ ਦਿੱਤਾ ਹੈ, ਇੰਨਾ ਜ਼ਿਆਦਾ ਹੁਣ ਇਹ ਜ਼ਖਮੀ ਹੋ ਗਿਆ, ਇਹਦੇ ਵਿੱਚ ਤਾਕਤ ਨਹੀਂ ਰਹੀ ਅੱਗੇ ਤੁਰਨ ਦੀ। ਘੋੜੇ ਨੂੰ ਚਾਬੁਕ ਨਾ ਮਾਰੀ। ਪੰਥ ਸੁਣੈ ਹਮਕੋ ਕਰੈ ਠੱਠਾ, ਘੋੜਾ ਭਜਾਏ ਜੱਸਾ ਸਿੰਘ, ਘੋੜਾ ਕੁਦਾਏ ਜੱਸਾ ਸਿੰਘ ਨੱਠਾ। ਕਿਆ ਮੁਖ ਲੈ ਮੈਂ ਬਹੁ ਦੀਵਾਨ, ਕਰੈ ਮਸ਼ਕਰੀ ਹਮਕੋ ਆਨ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕਹਿਣ ਲੱਗੇ, ਗੁਰਮੁਖ ਸਿੰਘ ਜਦੋਂ ਪੰਥ ਸੁਣੇਗਾ ਨਾ, ਘੋੜੇ ਨੂੰ ਚਾਬੁਕ ਮਾਰਿਆ, ਪੰਥ ਕਹੇਗਾ ਵੀ ਘੋੜਾ ਭਜਾ ਕੇ ਜੱਸਾ ਸਿੰਘ ਜੰਗ ਦੇ ਮੈਦਾਨ ਵਿੱਚੋਂ ਨੱਠ ਗਿਆ। ਮੈਂ ਕੀ ਮੂੰਹ ਲੈ ਕੇ ਦੀਵਾਨ ਵਿੱਚ ਬੈਠਿਆ ਕਰਾਂਗਾ। ਭੱਜਣਾ ਨਹੀਂ, ਸ਼ਹਾਦਤ ਪ੍ਰਾਪਤ ਕਰਨੀ ਹੈ। ਇੰਨੀ ਵੀਰਤਾ ਦੇ ਨਾਲ ਜੂਝੇ, ਦੁਸ਼ਮਣ ਨੂੰ ਲੋਹੇ ਦੇ ਚਣੇ ਚਬਾਏ। ਇਹ ਸਾਰੀ ਵਹੀਰ ਅੱਗੇ ਵੱਧਦੀ ਵੱਧਦੀ, ਲੜਦੀ ਨਾਲ ਨਾਲ ਲੜੇ, ਨਾਲੇ ਨਾਲੇ ਅੱਗੇ ਵਧੇ। ਗਹਿਲ ਪਿੰਡ ਪੁੱਜੇ। ਪ੍ਰਾਚੀਨ ਪੰਥ ਪ੍ਰਕਾਸ਼ ਦੇ ਅਨੁਸਾਰ ਇਸ ਪਿੰਡ ਦੇ ਲੋਕਾਂ ਨੇ ਘਰਾਂ ਦੇ ਦਰਵਾਜ਼ੇ ਬੰਦ ਕਰ ਲਏ। ਕਈ ਜਿਹੜੇ ਆ ਪਾਥੀਆਂ ਵਾਲੇ ਕਹੂਰੇ ਹੁੰਦੇ ਆ, ਉਹਨਾਂ ਦੇ ਵਿੱਚ ਬੱਚੇ ਜਾਂ ਬੀਬੀਆਂ ਪ੍ਰਵੇਸ਼ ਹੋਈਆਂ, ਉੱਥੇ ਵੀ ਦੁਸ਼ਮਣਾਂ ਨੇ ਉਹਨਾਂ ਨੂੰ ਮਾਰ ਮੁਕਾਇਆ। ਕਈ ਬਾਜਰੇ ਦੇ ਖੇਤ ਸਨ, ਢੇਰ ਲਾਇਆ ਸੀ ਬਾਜਰਾ ਵੱਢ ਕੇ, ਉੱਥੇ ਉਹਨੂੰ ਵੀ ਅੱਗ ਲਾ ਦਿੱਤੀ ਗਈ। ਇੱਕ ਦਿਨ ਦੇ ਵਿੱਚ ਅੱਧੀ ਕੌਮ ਸ਼ਹੀਦ ਹੋਈ। ਪੂਰਾ ਅੰਦਾਜ਼ਾ ਤਾਂ ਕਿਸੇ ਇਤਿਹਾਸਕਾਰ ਤੋਂ ਨਹੀਂ ਲੱਗਾ। ਭਾਈ ਰਤਨ ਸਿੰਘ ਭੰਗੂ ਜੀ ਦੱਸਦੇ ਆ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ, ਕਹਿੰਦੇ ਕੁਝ ਕਹਿੰਦੇ ਆ 1 ਲੱਖ ਸ਼ਹੀਦ ਹੋਏ ਹੈ ਸਿੱਖ, ਕਈਆਂ ਨੇ 50,000 ਲਿਖਿਆ ਹੈ। ਪਰ ਉਹ ਕਹਿੰਦੇ ਮੈਨੂੰ ਮੇਰੇ ਪਿਤਾ ਅਤੇ ਚਾਚੇ ਨੇ 30,000 ਦੱਸਿਆ ਵੀ ਇਸ ਘੱਲੂ ਘਾਰੇ ਦੇ ਵਿੱਚ 30,000 ਸਿੱਖ ਜਿਹੜੇ ਉਹ ਸ਼ਹੀਦ ਹੋਏ। ਜੰਗ ਕਰਦਿਆਂ ਕਰਦਿਆਂ ਸ਼ਾਮਾਂ ਪੈ ਗਈਆਂ, ਫਿਰ ਵਹੀਰ ਬਰਨਾਲੇ ਵੱਲ ਨੂੰ ਹੋਰ ਪਾਸੇ ਨੂੰ ਨਿਕਲ ਗਿਆ। ਸੋ ਇਹ ਜਿਹੜਾ ਘੱਲੂ ਘਾਰਾ, ਇਸ ਨੂੰ ਵੱਡੇ ਘੱਲੂ ਘਾਰੇ ਦੇ ਨਾਂ ਦੇ ਨਾਲ ਚੇਤੇ ਕੀਤਾ ਜਾਂਦਾ ਹੈ। ਜਦੋਂ ਸ਼ਾਮਾਂ ਪਈਆਂ, ਰਹਿਰਾਸ ਸਾਹਿਬ ਦਾ ਪਾਠ ਖਾਲਸੇ ਨੇ ਮਿਲ ਕੇ ਕੀਤਾ, ਅਤੇ ਇੱਕ ਸਿੰਘ ਨੇ ਉੱਚੀ ਜੈਕਾਰਾ ਲਾ ਕੇ ਸ਼ਬਦ ਕਹੇ ਸਨ। ਕਹਿੰਦੇ ਸਨ, ਤਤ ਖਾਲਸਾ ਬਚ ਗਿਆ ਹੈ, ਖੋਟ ਚਲਿਆ ਗਿਆ ਹੈ। ਭਾਵ ਇਹ ਸੀ ਵੀ ਅਸੀਂ ਅਜੇ ਵੀ ਮੂਲ ਰੂਪ ਦੇ ਵਿੱਚ ਬਚੇ ਹੋਏ ਹਾਂ। ਦੁਸ਼ਮਣ ਦੇ ਨਾਲ ਮੁਕਾਬਲਾ ਕਰਕੇ ਵੀ ਇੰਨੇ ਹੌਸਲੇ ਖਾਲਸੇ ਦੇ ਬੁਲੰਦ ਸੀ ਕਿ ਅਸੀਂ ਅਜੇ ਜਿਉਂਦੇ ਹਾਂ, ਜਾਗਦੇ ਹਾਂ, ਅਬਦਾਲੀ ਨੂੰ ਟੱਕਰਾਂਗੇ। ਅਤੇ ਮਹਿਜ 8 ਮਹੀਨਿਆਂ ਬਾਅਦ ਆਪ ਨੂੰ ਪਤਾ ਹੋਵੇ, ਅੰਮ੍ਰਿਤਸਰ ਦੇ ਨੇੜੇ ਅਬਦਾਲੀ ਦੀਆਂ ਫੌਜਾਂ ਨੂੰ ਇਹੋ ਜਿਹੀ ਭਾਂਜ ਦਿੱਤੀ ਸੀ, ਹਾਰ ਦਿੱਤੀ ਸੀ, ਮੁੜ ਅਬਦਾਲੀ ਉਹਦੀਆਂ ਫੌਜਾਂ ਹਿੰਦੁਸਤਾਨ ਦੇ ਉੱਪਰ ਆਉਣ ਦਾ ਹੀਆ ਨਹੀਂ ਕਰ ਸਕੀਆਂ। ਸੋ ਇਹ ਦੂਜਾ ਘੱਲੂ ਘਾਰਾ, ਵੱਡਾ ਘੱਲੂ ਘਾਰਾ ਕੌਮ ਸਦਾ ਚੇਤੇ ਕਰਦੀ ਹੈ। ਸਮੂਹ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ। ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਲੱਖ ਲੱਖ ਵੇਦ ਪੁਰਾਣ ਕੀਰਤਨ ਚੂਰ ਹੈ, ਭਗਤ ਵਸ਼ਲ ਪਰਵਾਨ ਚਰਣਾ ਧੂਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਗਲ ਸਮਗਰੀ ਤੁਮਰੈ ਸੁਧਰਤਾ
ਨਾਨਕ ਦਾਸ ਸਦਾ ਕੁਰਬਾਨ, ਪਦ ਆਗੇ ਅਰਦਾਸ ਮਾਰੀ, ਜਿਉ ਪਿੰਡ ਸਭ ਤੇਰਾ